नाम के व्यापारी हर के नाम के व्यापारी। हीरा हाथ चढ़िया निर्मोलक, हीरा हाथ चढ़िया निर्मोलक। छूट गई संसारी नाम के व्यापारी। सच लाए तो सच लागे, सच लाए तो सच लागे। साचे के व्यवहारी, साचे के व्यवहारी। साची वस्त के पार चलाए, साची वस्त के पार चलाए। पहुँचे जाए पंडारी नाम के व्यापारी। नाम के व्यापारी हर के नाम के व्यापारी। हीरा हाथ चढ़िया निर्मोलक, हीरा हाथ चढ़िया निर्मोलक। छूट गई संसारी हर के नाम के व्यापारी। नाह करता ना मैं किया, नाह करता ना मैं किया। अमृत नाम सतगुर दिया, अमृत नाम सतगुर दिया। जिस तू दे तिसै क्या चारा, नानक शरण तुम्हारी जियो। जिस तू दे तिसै क्या चारा, नानक शरण तुम्हारी जियो। नाम के व्यापारी हर के नाम के व्यापारी। हीरा हाथ चढ़िया निर्मोलक। छूट गई संसारी नाम के व्यापारी। वाहिगुरु जीओ। सतनाम श्री वाहिगुरु साहिब जीओ। आवो संत प्यारे हो कथ की करें कहानी। करें कहानी कथ केरी कित द्वारे पाइयै। तन मन धन सब सौंप गुर को हुक्म मन्निया पाइयै। हुक्म मन्यो गुरु केरा गावो सच्ची बाणी। कहे नानक सुनो संत हो कथ्यो कथ कहानी। ये मन चंचला चतुराई किन्ह न पाया। चतुराई न पाया किन्ह तू सुन मन मेरिया। ये माया मोहनी जिन एत भरम भुलाया। माया ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ। ਸਤਿਗੁਰਾਂ ਦੀ ਬਖਸ਼ੀ ਹੋਈ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰਦੇ ਗੁਰਮੁਖ ਜਨੋ, ਆਪ ਜੀ ਦੇ ਚਰਨਾਂ ਦੇ ਵਿੱਚ ਆਪਣੀ ਹਕੀਰ ਤੁੱਛ ਬੁੱਧੀ ਦੁਆਰਾ ਆਨੰਦ ਸਾਹਿਬ ਜੀ ਦੀ ਅਗਲੀ ਵਿਚਾਰ ਹਾਜ਼ਰ ਹੈ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾ ਰਹੇ हैं, आवो संत प्यारे हो कथ की करें कहानी। हे संत जनो प्यारिओ, गुरु दे प्यारिओ, आजो इकट्ठे हो के कथ की कहानी करिए, गाइए परमात्मा ਨੂੰ ਉਹਦੀਆਂ ਵਿਚਾਰਾਂ ਕਰੀਏ, ਉਹਨੂੰ ਸੁਣੀਏ। ਕरें कहानी कथ केरी कित द्वारे पाइए। ਇਹ ਵਿਚਾਰਾਂ ਕਰੀਏ, ਇਹ ਕਹਾਣੀ ਪਾਈਏ ਪਰਮਾਤਮਾ ਦੀ, ਅਕਥ ਦੀ, ਵੀ ਉਹ ਕਿਸ ਦੁਆਰੇ ਤੋਂ ਮਿਲਦਾ, ਕਿਵੇਂ ਮਿਲਦਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ। ਇਹ ਵਿਧੀ ਵੀ ਦੱਸ ਦਿੱਤੀ ਵੀ ਤਨ ਮਨ ਔਰ ਧਨ ਸਭ ਕੁਛ ਗੁਰੂ ਨੂੰ ਸੌਂਪ ਦਿਓ। ਕੇਵਲ ਧੂਪ ਬੱਤੀਆਂ ਨਾਲ ਨਹੀਂ ਉਹਨੇ ਖੁਸ਼ ਹੋਣਾ, ਉਹ ਸਮਰਪਣ ਚਾਹੁੰਦਾ। ਤਨ ਮਨ ਔਰ ਧਨ ਸੌਂਪ ਗੁਰ ਕੋ, ਗੁਰੂ ਨੂੰ ਸੌਂਪ ਦਿਓ। ਉਹਦੇ ਹੁਕਮ ਵਿੱਚ ਆ ਜਾਓ, ਉਹਦੀ ਕਹਾਣੀ ਕਥ ਕਥੀ ਜਾਊਗੀ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਗੁਰੂ ਦਾ ਹੁਕਮ ਮੰਨੀਏ ਭਾਈ।
ਸੱਚੀ ਬਾਣੀ ਨੂੰ ਗਾਈਏ। ਕਹੈ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਇਹ ਜਿਹੜੀ ਕਥ ਕਹਾਣੀ ਹੈ, ਹੇ ਸੰਤ ਜਨੋ, ਇਹ ਕਿਵੇਂ ਕਥੀ ਜਾਂਦੀ ਹੈ, ਇਹਦੀ ਥੋੜ੍ਹੀ ਜਿਹੀ ਵਿਚਾਰ ਆਪ ਜੀ ਨਾਲ ਸਾਂਝੀ ਕਰੀਏ। ਪਹਿਲਾਂ ਤਾਂ ਇੱਕ ਵਿਆਕਰਨ ਦੀ ਘੁੰਡੀ ਹੈ, ਜਿਹੜਾ ਇਹ ਮੰਨਿਆ ਸ਼ਬਦ ਹੈ, ਇਹਨੂੰ ਮੰਨਿਆ ਨਹੀਂ ਪੜ੍ਹਨਾ, ਬਿਹਾਰੀ ਨਹੀਂ ਹੈ, ਸਿਹਾਰੀ ਲੱਗੀ ਹੋਈ ਨੰਨੇ ਨੂੰ। ਹੁਕਮ ਮੰਨਿਆ, ਗੁਰਬਾਣੀ 'ਚ ਬਹੁਤ ਕੁਛ ਬਹੁਤ ਵਾਰੀ ਇਸ ਤਰ੍ਹਾਂ ਆਉਂਦਾ। ਸੁਣਿਆ, ਉਹਨੂੰ ਆਪਾਂ ਸੁਣੀਏ ਪੜ੍ਹ ਜਾਂਦੇ ਬਹੁਤ ਵਾਰੀ। ਸੁਣਿਆ ਸੁਣਨੇ ਦੇ ਨਾਲ, ਮੰਨਿਆ ਮੰਨਣ ਦੇ ਨਾਲ। ਤੋ ਸਾਧ ਸੰਗਤ ਜੀ, ਉਹ ਕੱਥ ਦੀ ਗੱਲ ਗੁਰਬਾਣੀ 'ਚ ਅਕਸਰ ਆਉਂਦੀ ਹੈ, ਔਰ ਕਈ ਕੁਆਟਰ ਤੋਂ ਇਹ ਗੱਲ ਪੁੱਛੀ ਵੀ ਗਈ ਹੈ। ਭਾਵੇਂ ਲਾਈਟ ਵੇਨ 'ਚ ਪੁੱਛਦੇ ਆ, ਪਰ ਪੁੱਛਦੇ ਆ ਲੋਕ ਵੀ ਜਿਹਦਾ ਕੱਥ ਹੈ ਤਾਂ ਤੁਸੀਂ ਕਿਉਂ ਕੱਥਦੇ ਹੋ ਉਹਨੂੰ, ਕਿਉਂ ਉਹਦੀ ਗੱਲ ਕਰਦੇ ਜਿਹੜੀ ਚੀਜ਼ ਅਕੱਥ ਹੈ ਕਥੀ ਹੋ ਨਹੀਂ ਜਾ ਸਕਦੀ। ਇਹਦਾ ਜਵਾਬ ਗੁਰਬਾਣੀ 'ਚ ਦਿੱਤਾ ਹੋਇਆ। ਤੇਰੀ ਅਕੱਥ ਕਥਾ ਗੁਰ ਸ਼ਬਦ ਵਖਾਣੀ। ਇਹ ਵਾਹਿਗੁਰੂ ਜੀ, ਉਹ ਤੇਰੀ ਕੱਥ ਕਥਾ ਜਿਹੜੀ ਕਥੀ ਨਹੀਂ ਜਾ ਸਕਦੀ, ਉਹ ਗੁਰੂ ਦੇ ਸ਼ਬਦ ਦੇ ਰਾਹੀਂ ਕਥੀ ਜਾਂਦੀ ਹੈ। ਸਾਨੂੰ ਨਹੀਂ ਸੋਝੀ ਹੈ, ਗੁਰੂ ਨੂੰ ਤਾਂ ਸੋਝੀ ਹੈ। ਗੁਰੂ ਨੇ ਤਾਂ ਉਹ ਗੱਲ ਦੱਸੀ ਹੋਈ ਹੈ ਸਾਰੀ, ਪਰਮਾਤਮਾ ਨੂੰ ਕਿਵੇਂ ਪਾਉਣਾ। ਤਾਂ ਗੁਰੂ ਦੇ ਸ਼ਬਦ ਦੇ ਵਿੱਚ ਉਹ ਸਾਰਾ ਕੁਛ ਹੈਗਾ। ਜਿਹੜੇ ਗੁਰਸਿੱਖ ਵਿਚਾਰ ਕਰਦੇ ਹੈ, ਉਹ ਸਿਰਫ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਰਾਹੀਂ ਇਕੱਥ ਨੂੰ ਕੱਥਦੇ, ਨਾ ਕਿ ਆਪਣੇ ਵੱਲੋਂ। ਆਪਣੇ ਵੱਲੋਂ ਤਾਂ ਕਥੀ ਹੋ ਨਹੀਂ ਜਾ ਸਕਦੀ ਹੈ। ਸਾਨੂੰ ਕਿਆ ਪਤਾ ਪਰਮਾਤਮਾ ਕਿਹੋ ਜਿਹਾ, ਅਸੀਂ ਤਾਂ ਦੁਨੀਆਦਾਰੀ ਕਰਦੇ ਰਹੇ ਹਾਂ ਹੁਣ ਤੱਕ। ਬਈ ਧੂਪ ਬੱਤੀਆਂ ਕਰ ਲਓ, ਤੀਰਥ ਜਾਇਓ, ਪੁੰਨ ਦਾਨ ਕਰ ਲਓ, ਜਿਵੇਂ ਪੰਡਿਤ ਨੇ ਸਾਨੂੰ ਕਿਹਾ, ਉਸ ਤਰ੍ਹਾਂ ਹੀ ਕਰਦੇ ਆਏ ਸਦੀਆਂ ਤੋਂ। ਇਹ ਤਾਂ ਗੱਲ ਗੁਰੂ ਨੇ ਸਮਝਾਈ ਹੈ ਨਾ, ਵੀ ਪਰਮਾਤਮਾ ਕਿਆ ਹੈ, ਕਿਵੇਂ ਹੈ, ਕਿੱਥੇ ਮਿਲਦਾ ਹੈ, ਗੁਰੂ ਕਿਵੇਂ ਮਿਲਦਾ ਹੈ, ਕਿਹੜੀ ਚੀਜ਼ ਉਹਨੂੰ ਸੌਂਪਣੀ ਹੈ, ਕਿਆ ਖਾਲੀ ਬਾਹਰ ਦੀ ਪੂਜਾ ਕਰਨੀ ਹੈ ਜਾਂ ਨਾਮ ਪ੍ਰਾਪਤ ਕਰਨਾ ਹੈ। ਇਹ ਹੈ ਅਕੱਥ। ਇਹ ਬਾਹਰ ਕਿਤੇ ਨਹੀਂ ਹੈ ਸਿਵਾਏ ਗੁਰੂ ਤੋਂ। ਅਕੱਥੋ ਕਥੀਐ ਸ਼ਬਦ ਸੁਹਾਵੈ। ਸ਼ਬਦ ਜਿਹੜਾ ਗੁਰਬਾਣੀ ਹੈ, ਬਿਊਟੀਫੁਲ ਸ਼ਬਦ, ਯਾਨੀ ਬਹੁਤ ਸੁੰਦਰ ਸ਼ਬਦ, ਇਹਦੇ ਨਾਲ ਅਕੱਥ ਨੂੰ ਕਥਿਆ ਜਾਂਦਾ। ਇੱਕ ਹੋਰ ਜਗ੍ਹਾ ਪਵਿੱਤਰ ਫਰਮਾਨ ਹੈ, ਪ੍ਰਭ ਕੀ ਅਕੱਥ ਕਹਾਣੀ ਗੁਰ ਪੂਰੇ ਤੇ ਜਾਣੀ। ਪੂਰੇ ਗੁਰੂ ਤੋਂ ਪਤਾ ਚੱਲਦਾ ਪ੍ਰਭੂ ਦੀ ਇਕੱਥ ਕਹਾਣੀ ਦਾ, ਨਹੀਂ ਪਤਾ ਚੱਲਦਾ। ਨਹੀਂ ਤਾਂ ਫਿਰ ਸਾਰਾ ਸੰਸਾਰ ਕੂੜ ਕਿਰਿਆ 'ਚ ਪਿਆ ਹੋਇਆ। ਕੂੜ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਉਹ ਜੋ ਕੁਛ ਵੀ ਬਾਹਰ ਕਥਿਆ ਜਾ ਰਿਹਾ ਬਿਨਾਂ ਗੁਰੂ ਤੋਂ, ਸਭ ਕੂੜ ਹੈ, ਸੱਚ ਨਹੀਂ ਹੈ। ਸੱਚ ਕੇਵਲ ਗੁਰੂ ਨੇ ਦੱਸਿਆ ਹੈ। ਗੁਰੂ ਦਾ ਵਿਧਾਨ ਇਸੀ ਕਰਕੇ ਹੈ ਵੀ ਪਰਮਾਤਮਾ ਦੀ ਸੋਝੀ ਆ ਜਾਏ। ਨਹੀਂ ਤਾਂ ਸਾਧ ਸੰਗਤ ਜੀਓ, ਗੁਰੂ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਹਨੇਰਾ। ਬਾਝ ਗੁਰੂ ਡੁੱਬਾ ਸੰਸਾਰ, ਸਭ ਜਗਤ ਡੁੱਬਿਆ ਹੋਇਆ। ਅਸਲੀ ਸੋਝੀ ਗੁਰੂ ਤੋਂ ਹੀ ਪਈ ਹੈ। ਹਾਲਾਂਕਿ ਸ੍ਰਿਸ਼ਟੀ ਦੇ ਵਿੱਚ ਪਹਿਲਾਂ ਤੋਂ ਵੀ ਚੱਲਦਾ ਆਇਆ ਪਰਮਾਤਮਾ ਦਾ ਚੱਲਣ, ਲੋਕ ਮੰਨਦੇ ਵੀ ਰਹੇ ਹੈ, ਭਾਵੇਂ ਥੋੜ੍ਹਾ ਸਹੀ। ਜ਼ਿਆਦਾਤਰ ਜਿਹੜੇ ਡੈਮੀ ਗੋਡਸ ਨੇ ਉਹਨਾਂ ਦੀ ਪੂਜਾ ਹੁੰਦੀ ਰਹੀ ਹੈ। ਇੰਦਰ ਦੀ ਪੂਜਾ, ਬੱਦਲਾਂ ਦੀ ਪੂਜਾ, ਮੇਘ ਦੀ ਪੂਜਾ, ਸੂਰਜ ਦੀ ਲਾਲੀ ਊਸ਼ਾ ਦੀ ਪੂਜਾ, ਸੱਪਾਂ ਦੀ ਪੂਜਾ, ਬੋਹੜ ਦੀ ਪੂਜਾ, ਇਸ ਤਰ੍ਹਾਂ ਕਰਕੇ ਵੇਦਾਂ 'ਚ ਵੀ ਇਹ ਅਥਰਵਣ ਵੇਦ 'ਚ ਬਹੁਤ ਹੈ। ਪਰ ਗੁਰੂ ਨੇ ਇਹ ਗੱਲ ਸਮਝਾਈ ਹੈ ਵੀ ਜਿਹੜਾ ਨਿਰਗੁਣ ਪਰਮਾਤਮਾ ਸਦਾ ਤੋਂ ਹੈ, ਹੁਣ ਵੀ ਹੈ, ਰਹੇਗਾ ਵੀ। ਦੁਨੀਆ ਨੇ ਰਹਿਣਾ ਕੋਈ ਨਹੀਂ, ਉਹ ਹਮੇਸ਼ਾ ਹੀ ਰਹਿੰਦਾ ਹੈ। ਉਹਨੂੰ ਕਿਵੇਂ ਪੂਜਣਾ ਹੈ, ਉਹਨੂੰ ਕਿਵੇਂ ਯਾਦ ਕਰਨਾ, ਕਿਵੇਂ ਉਹਨੂੰ ਪਾਉਣਾ, ਕਿਵੇਂ ਉਹਦੇ ਵਿੱਚ ਸਮਾਈ ਕਰਨੀ, ਇਹ ਚੀਜ਼ ਕੇਵਲ ਗੁਰੂ ਨੇ ਦੱਸੀ ਸਾਰੀ। ਇਸੀ ਕਰਕੇ ਇਹ ਇਕੱਠ ਹੈ, ਹੋਰ ਪਾਸੇ ਕਿਧਰੇ ਕਥੀ ਨਹੀਂ ਗਈ। ਜੇ ਕਥੀ ਹੋਈ ਹੈ ਤਾਂ ਅਧੂਰੀ ਹੈ। ਸੱਚੀ ਕਹਾਣੀ ਕੇਵਲ ਸ਼ਬਦ ਦੁਆਰਾ ਕਥੀ ਜਾਂਦੀ। ਇਹ ਨਿਸ਼ਚਾ ਹੈ ਗੁਰੂ ਸਾਹਿਬਾਨਾਂ ਦਾ ਔਰ ਭਗਤ ਸਾਹਿਬਾਨਾਂ ਦਾ। ਹੁਣ ਗੁਰੂ ਨੂੰ ਮਿਲ ਜਾਣਾ ਜਾਂ ਗੁਰੂ ਦੇ ਕੋਲ ਬਹਿ ਜਾਣਾ, ਗੁਰੂ ਨੂੰ ਪ੍ਰਾਪਤ ਕਰ ਜਾਣਾ, ਇਹ ਅਲੱਗ-ਅਲੱਗ ਬਾਤਾਂ ਨੇ। ਸਾਰਾ ਸਿੱਖ ਜਗਤ ਗੁਰੂ ਕੋਲ ਜਾਂਦਾ, ਜਾਣਾ ਵੀ ਚਾਹੀਦਾ, ਪਰ ਇਹ ਗਲਤਫਹਿਮੀ ਨਹੀਂ ਪਾਲਣੀ ਵੀ ਹੁਣ ਅਸੀਂ ਗੁਰੂ ਨੂੰ ਮਿਲ ਗਏ ਹਾਂ। ਕਈ ਵਾਰ ਹੋ ਗਈਆਂ ਵਿਚਾਰਾਂ। ਸਾਧ ਸੰਗਤ ਜੀ, ਉਹ ਗੁਰਬਾਣੀ 'ਚ ਫਰਮਾਨ ਹੈ, ਬਿਨ ਭਾਗਾਂ ਸਤਿਗੁਰ ਨਾ ਮਿਲੈ, ਘਰ ਬੈਠਿਆਂ ਨਿਕਟ ਨਿਤ ਪਾਸ। ਬਿਨ ਸਤਿਗੁਰ ਭੇਟੇ ਮੁਕਤ ਨਾ ਥੀਐ, ਮਨ ਮੁਖ ਲੋ ਬੂਢਾ ਬੇੜੀ ਪਾਸ।
ਬਿਨਾਂ ਭਾਗਾਂ ਤੋਂ ਜਿੰਨਾ ਚਿਰ ਪਰਮਾਤਮਾ ਉੱਪਰੋਂ ਹਰੀ ਝੰਡੀ ਨਹੀਂ ਦਿੰਦਾ, ਗੁਰੂ ਨਹੀਂ ਮਿਲਦਾ। ਚਾਹੇ ਉਹਦੇ ਕੋਲ ਬੈਠੇ ਰਹੋ, ਘਰ ਵਿੱਚੇ ਬੈਠੇ ਰਹੋ, ਉਹਦੇ 'ਚ ਜਾ ਕੇ ਨਹੀਂ ਮਿਲਦਾ ਉਹ। ਗੁਰੂ ਦੀ ਭੇਂਟ ਤੋਂ ਬਿਨਾਂ ਮੁਕਤੀ ਨਹੀਂ ਹੈ, ਰੱਬ ਦੀ ਪ੍ਰਾਪਤੀ ਨਹੀਂ ਹੈ। ਭੇਂਟਾਂ ਮਸਟ ਹੈ, ਮਿਲਾਪ ਮਸਟ ਹੈ। ਮਿਲਾਪ ਹੋਣਾ ਮੈਂ ਟੁੱਟ ਕੇ, ਸਾਰੀਆਂ ਗੱਲਾਂ ਇਕੱਠੀਆਂ ਨੇ। ਨਹੀਂ ਤਾਂ ਫਿਰ ਮਨਮੁੱਖ ਬੇੜੀ ਦੇ ਕੋਲ ਵੀ ਬੈਠਾ ਰਹਿੰਦਾ, ਪਾਰ ਨਹੀਂ ਜਾ ਸਕਦਾ। ਲੋਹੇ ਦੀ ਤਰ੍ਹਾਂ ਜੇ ਲੋਹੇ ਨੂੰ ਵਿੱਚ ਰੱਖੂਗਾ ਕੋਈ ਚੱਕ ਕੇ ਤਾਂ ਬੇੜੀ ਤੋਂ ਪਾਰ ਜਾਊਗਾ, ਨਹੀਂ ਤਾਂ ਪਿਆ ਉੱਥੇ ਉਹ ਬੇੜੀ 20 ਵਾਰ ਜਾਂਦੀ ਹੈ ਇੱਧਰ ਉੱਧਰ ਪਾਰ, ਪਰ ਲੋਹਾ ਨਹੀਂ ਜਾ ਸਕਦਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਪਾਓ। ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਦੇਖੋ ਕਿਆ ਸ਼ਬਦ ਹੈ ਗੁਰਬਾਣੀ ਦਾ। ਜੇ ਸ਼ਬਦ ਦੀ ਪ੍ਰਤੀਤ ਨਹੀਂ ਹੈ, ਸਤਿਗੁਰੂ ਦੀ ਪ੍ਰਤੀਤ ਨਹੀਂ ਹੈ, ਗੁਰਬਾਣੀ ਦੇ ਨਾਲ ਪ੍ਰੇਮ ਨਹੀਂ ਲੱਗਿਆ, ਸ਼ਬਦ ਦੇ ਨਾਲ ਪ੍ਰੇਮ ਨਹੀਂ ਬਣਿਆ, ਉਹਨੂੰ ਕੋਈ ਆਨੰਦ ਨਹੀਂ ਪ੍ਰਾਪਤ ਹੋ ਸਕਦਾ। ਭਾਵੇਂ 100 ਗੇੜਾ ਗੁਰੂ ਦੇ ਕੋਲ ਆਈ ਜਾਓ ਜਾਈ ਜਾਓ, ਭਾਵੇਂ 100 ਗੇੜਾ ਆਵੋ ਜਾਓ। ਇਹ ਸਾਰੀਆਂ ਬਾਤਾਂ ਕੰਡੀਸ਼ਨਲ ਹੈ। ਗੁਰੂ ਨੂੰ ਪਹਿਲਾਂ ਟੋਲਣਾ, ਸੱਚੇ ਗੁਰੂ ਨੂੰ। ਅੱਗੇ ਤਾਂ ਗੁਰੂ ਮਿਲਣਾ ਬੜਾ ਮੁਸ਼ਕਿਲ ਹੁੰਦਾ ਸੀਗਾ, ਪਖੰਡੀ ਗੁਰੂਆਂ ਦੀ ਭਰਮਾਰ ਹੁੰਦੀ ਸੀ, ਜਿਵੇਂ 22 ਮੰਜੀਆਂ ਵੀ ਕਿਸੇ ਟਾਈਮ ਲੱਗੀਆਂ ਸੀ ਸਿੱਖ ਜਗਤ ਵਿੱਚ। ਹੁਣ ਗੁਰੂ ਤਾਂ ਹੁਣ ਸਪਸ਼ਟ ਹੈ ਵੀ ਗੁਰਬਾਣੀ ਹੈ, ਪਰ ਗੁਰਬਾਣੀ ਨੂੰ ਕੇਵਲ ਪੜ੍ਹਨੇ ਸੁਣਨੇ ਨਾਲ ਗੁਰੂ ਪ੍ਰਾਪਤ ਨਹੀਂ ਹੁੰਦਾ, ਗੁਰਬਾਣੀ ਪ੍ਰਾਪਤ ਨਹੀਂ ਹੁੰਦੀ। ਇਹ ਉਹੀ ਬਾਤ ਹੈ ਵੀ ਭਾਵੇਂ 100 ਵਾਰੀ ਪੜ੍ਹੀ ਜਾਓ ਨਹੀਂ ਪ੍ਰਾਪਤੀ ਹੋਣੀ। ਪੜ੍ਹਨਾ ਵੀ ਜ਼ਰੂਰੀ ਹੈ, ਫਿਰ ਇਹਦੇ ਪਿੱਛੇ ਕੁਛ ਕਾਰਨ ਹੈ। ਸੌਂਪਣਾ ਹੈ ਆਪਣੇ ਆਪ ਨੂੰ, ਗੁਰਬਾਣੀ ਦੇ ਬਣਨਾ ਹੈ। ਜੇ ਸੌਂਪ ਦਿੱਤਾ ਮਨ ਤਨ ਤਾਂ ਗੁਰਬਾਣੀ ਦੀ ਬਖਸ਼ਿਸ਼ ਹੋ ਜਾਊਗੀ, ਨਹੀਂ ਪ੍ਰਾਪਤ ਹੋ ਜਾਊਗਾ ਗੁਰੂ, ਨਹੀਂ ਤਾਂ ਨਹੀਂ ਹੋਣਾ। ਜੇ ਗੁਰੂ ਪ੍ਰਾਪਤ ਹੋ ਗਿਆ ਤਾਂ ਰੱਬ ਨੇ ਵੀ ਪ੍ਰਾਪਤ ਹੋ ਜਾਣਾ। ਇੱਕ ਕਦਮ ਦੂਰੀ ਹੈ ਫਿਰ ਸਾਰੀ। ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਫਿਰ ਸਾਰਾ ਕੁਝ ਹੋ ਜਾਊਗਾ ਜੇ ਗੁਰੂ ਮਿਲ ਗਿਆ। ਜੇ ਗੁਰੂ ਨਹੀਂ ਮਿਲਿਆ ਤੇ ਕੁਝ ਵੀ ਨਹੀਂ ਮਿਲਣਾ। ਔਰ ਸੰਗਤ ਦੀ ਵੀ ਇਸ ਤਰ੍ਹਾਂ ਦਾ ਹੀ ਕਨਸੈਪਟ ਹੈ ਗੁਰਬਾਣੀ 'ਚ। ਔਰ ਜਿਹੜਾ ਤੁਰਿਆ ਪਦ ਹੈ ਇਹ ਵੀ ਸੰਗਤ ਵਿੱਚ ਬਣਦਾ। ਸਾਧ ਸੰਗਤ ਜੀ, ਤੁਰਿਆ ਗੁਣ ਸਤ ਸੰਗਤ ਪਾਈ ਹੈ, ਨਦਰੀ ਪਾਰ ਉਤਾਰੀ। ਸੰਗਤ ਤੋਂ ਬਾਹਰ ਜਾ ਕੇ ਕਿਸੇ ਨੂੰ ਪ੍ਰਾਪਤੀ ਨਹੀਂ ਹੋ ਸਕਦੀ। ਇਹ ਗੁਰਮਤ ਦਾ ਨਿਸ਼ਚਾ ਹੈ। ਸਾਧ ਦੀ ਸੰਗਤ, ਗੁਰੂ ਕੀ ਸੰਗਤ ਤਾਂ ਕਰਨੀ ਓ ਪਊ। ਸੰਗਤ ਤੋਂ ਬਿਨਾਂ ਕੁਛ ਵੀ ਪ੍ਰਾਪਤੀ ਨਹੀਂ ਹੋ ਸਕਦੀ ਕਿਸੇ ਨੂੰ। ਸੱਚੀ ਸੰਗਤ, ਸੰਗਤ ਵੀ ਅੱਜ ਕੱਲ੍ਹ ਝੂਠੀਆਂ ਸੰਗਤਾਂ ਵੀ ਚੱਲਦੀਆਂ, ਚਾਹੇ ਉਹਨਾਂ ਨੂੰ ਕੁਸੰਗਤਾਂ ਵੀ ਕਹਿ ਦਿਓ। ਕਹਿਣੇ ਨੂੰ ਉਹ ਵੀ ਆਪਣੇ ਆਪ ਨੂੰ ਸੱਚੀ ਹੀ ਸਮਝਦੇ ਆ, ਪਰ ਨਹੀਂ ਹੁੰਦੀਆਂ ਉਹ ਸੱਚੀਆਂ ਸੰਗਤਾਂ। ਜਿੱਥੇ ਸੱਚਾ ਗੁਰੂ ਹੀ ਨਹੀਂ ਵਿੱਚ ਹੈ, ਉਹ ਸੰਗਤ ਸੱਚੀ ਕਿਵੇਂ ਹੋਊ ਭਾਈ। ਇਸ ਕਰਕੇ ਸਾਧ ਸੰਗਤ ਜੀਓ, ਸੰਗਤ ਦੀ ਪ੍ਰਾਪਤੀ ਵੀ ਉਨਿਓ ਦੁਰਲੱਭ ਹੈ ਜਿੰਨਾ ਗੁਰੂ ਦੁਰਲੱਭ ਹੈ। ਮਿਲਣਾ ਗੁਰੂ ਨੂੰ ਪੂਰੇ ਭਾਗ ਸਤ ਸੰਗਤ ਲਹੈ, ਸਤਿਗੁਰ ਭੇਂਟੈ ਜਿਸਾਏ। ਵੱਡਿਆਂ ਭਾਗਾਂ ਦੇ ਨਾਲ, ਪੂਰਿਆਂ ਭਾਗਾਂ ਦੇ ਨਾਲ ਸਤ ਸੰਗਤ ਮਿਲਦੀ ਹੈ। ਕਿਹਨੂੰ ਮਿਲਦੀ ਹੈ? ਜਿਹਨੂੰ ਸਤਿਗੁਰੂ ਦੀ ਭੇਂਟਾ ਹੋ ਜਾਂਦੀ ਹੈ। ਪੂਰੇ ਭਾਗ ਸਤ ਸੰਗਤ ਲਹੈ, ਸਤਿਗੁਰ ਭੇਂਟੈ ਜਿਸਾਏ। ਸਤਿਗੁਰੂ ਦੀ ਭੇਂਟ ਦੇ ਬਿਨਾਂ, ਮਿਲਾਪ ਤੋਂ ਬਿਨਾਂ, ਯਾਨੀ ਹਉਮੈ ਟੁੱਟਣ ਤੋਂ ਬਿਨਾਂ ਸੰਗਤ ਵੀ ਨਹੀਂ ਮਿਲਦੀ ਕਿਸੇ ਨੂੰ। ਓਪਰੀਆਂ ਬਾਤਾਂ ਆਪਾਂ ਕਰ ਲੈਂਦੇ ਕਈ ਵਾਰੀ, ਉਹ ਗੱਲ ਠੀਕ ਨਹੀਂ ਹੁੰਦੀ। ਗੁਰਬਾਣੀ ਦਾ ਜਿਹੜਾ ਵਿਚਲਾ ਗਹਿਰਾ ਅਧਿਐਨ ਹੈ, ਸਮੱਗਰਤਾ ਹੈ, ਉਹਦੇ ਵਿੱਚ ਇਹ ਸਾਰੀਆਂ ਬਾਤਾਂ ਹੈਗੀਆਂ। ਗੁਰੂ ਵਾਲੇ ਬਣ ਜਾਓ, ਬਹੁਤ ਅੱਛੀ ਗੱਲ ਹੈ, ਪਰ ਗੁਰੂ ਵਾਲਾ ਬਣਨਾ ਅੰਦਰ ਤੋਂ ਇਹ ਹੋਰ ਵੀ ਮੁਸ਼ਕਿਲ ਗੱਲ ਹੈ। ਕਿਰਪਾ ਜੇ ਵਸ ਜਾਵੇ ਤਦੇ ਹੁੰਦਾ। ਜਿਹੜਾ ਸਾਨੂੰ ਨਿਤਨੇਮ ਕਰਨ ਦਾ ਆਦੇਸ਼ ਕਰਦੇ ਪੰਜ ਪਿਆਰੇ ਸਾਹਿਬਾਨ, ਉਹਦੇ ਅਨੁਸਾਰ ਹੋ ਕੇ ਗੁਰਬਾਣੀ ਨੂੰ ਅੰਦਰ ਵਸਾਉਣਾ, ਉਹਦੀ ਕਿਰਪਾ ਵੀ ਉਡੀਕਣੀ, ਆਪਣੇ ਆਪ ਨੂੰ ਨੀਵਾਂ ਕਰਨਾ, ਫਿਰ ਹੋ ਸਕਦਾ ਨਾਮ ਦੀ ਪ੍ਰਾਪਤੀ ਹੋ ਜਾਏ, ਸੰਗਤ ਦੀ ਪ੍ਰਾਪਤੀ ਹੋ ਜਾਏ, ਗੁਰੂ ਦੀ ਪ੍ਰਾਪਤੀ ਹੋ ਜਾਏ, ਨਹੀਂ ਤਾਂ ਬਹੁਤ ਮੁਸ਼ਕਿਲ ਹੈ। ਵਾਹਿਗੁਰੂ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਉਹ ਚੰਚਲ ਮਨਾ, ਚਤਰਾਈਆਂ ਦੇ ਵਿੱਚ, ਸਿਆਣਪਾਂ ਦੇ ਵਿੱਚ ਕਿਸੇ ਨੇ ਰੱਬ ਨੂੰ ਨਹੀਂ ਪਾਇਆ। ਬਹੁਤ ਚਤਰਾਈਆਂ ਚੱਲਦੀਆਂ ਸੰਸਾਰ ਦੇ ਵਿੱਚ, ਜਿੰਨੇ ਭੇਖ ਬਣੇ ਨੇ ਸਭ ਚਤਰਾਈਆਂ ਨੇ। ਜਿੰਨਾ ਚਿਰ ਅੰਦਰ ਪਰਮਾਤਮਾ ਪ੍ਰਗਟ ਨਹੀਂ ਹੁੰਦਾ,
ਭੇਖ ਕਰਨ ਦਾ ਲਾਭ ਹੀ ਕੋਈ ਨਹੀਂ ਹੁੰਦਾ, ਜਿੰਨਾ ਮਰਜ਼ੀ ਭੇਖ ਬਣਾਈ ਜਾਓ। ਪਿਰ ਪਰਦੇਸ ਸ਼ਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ। ਪਤੀ ਪਰਦੇਸ ਹੈ, ਯਾਨੀ ਹਿਰਦੇ ਵਿੱਚ ਪ੍ਰਗਟ ਨਹੀਂ ਹੋਇਆ ਪ੍ਰਮਾਤਮਾ, ਭੇਖ ਕਰਿਆ ਹੋਇਆ ਬਾਹਰੋਂ, ਚੱਕਰ ਬਣਾਏ ਹੋਏ ਸਰੀਰ ਪਰ, ਕੋਈ ਹੋਰ ਸਪੈਸ਼ਲ ਦਸਤਾਰ ਕਿਸੇ ਤਰੀਕੇ ਨਾਲ ਬੰਨੀ ਹੋਈ ਹੈ, ਲੰਬਾ ਝੱਗਾ ਪਾਇਆ ਹੋਇਆ, ਕੁਛ ਵੀ ਕਰਿਆ ਹੋਇਆ, ਜੇ ਰੱਬ ਅੰਦਰ ਨਹੀਂ ਪ੍ਰਗਟ ਹੋਇਆ, ਉਹ ਇਸ ਤਰ੍ਹਾਂ ਹੈ ਜਿਵੇਂ ਬੇਸਵਾ ਸ਼ਿੰਗਾਰੀ ਵੀ ਹੁੰਦੀ ਹੈ। ਪਿਰ ਪਰਦੇਸ ਸ਼ਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ। ਮਨਮੁਖ ਅੰਧਾ ਇਹੋ ਜਿਹੇ ਕਰਮ ਕਰਦਾ। ਇਹ ਨਕਲੀ ਸੰਤਾਂ ਦੀ ਬਾਤ ਆ ਰਹੀ ਹੈ ਗੁਰਬਾਣੀ 'ਚ, ਜਿਹਨੂੰ ਕਬੀਰ ਜੀ ਬਨਾਰਸ ਕੇ ਠੱਗ ਵੀ ਕਹਿੰਦੇ। ਬਿਨਾਂ ਪਤੀ ਤੋਂ ਸ਼ਿੰਗਾਰ ਕਰੇ ਕੋਈ ਔਰਤ, ਉਹ ਸੋਭਦੀ ਨਹੀਂ ਹੈ, ਤੇ ਰੱਬ ਤੋਂ ਬਿਨਾਂ ਪ੍ਰਗਟ ਹੋਏ ਤੋਂ ਬਿਨਾਂ ਸ਼ਿੰਗਾਰ ਕਰੇ ਉਹ ਵੀ ਸੋਭਦਾ ਨਹੀਂ। ਸਾਦਗੀ ਵਿੱਚ ਸਭ ਕੁਛ ਹੈ, ਚਤਰਾਈ 'ਚ ਕੁਛ ਨਹੀਂ ਹੈ। ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਉਹ ਮੇਰਿਆ ਮਨਾ ਸੁਣ, ਪਰਮਾਤਮਾ ਨੂੰ ਕਿਸੇ ਨੇ ਚਤਰਾਈ ਨਾਲ ਨਹੀਂ ਪਾਇਆ ਅੱਜ ਤੱਕ। ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਪਰਮਾਤਮਾ ਨੇ ਆਪਣੇ ਹੁਕਮ ਵਿੱਚ ਇਹ ਮਾਇਆ ਠਗਣੇ ਵਾਲੀ ਮੋਹਣੀ ਬਣਾਈ ਹੋਈ ਹੈ। ਇਹਨੇ ਸਾਰੀ ਦੁਨੀਆ ਨੂੰ ਭਰਮਾਂ 'ਚ ਪਾਇਆ ਹੋਇਆ। ਦੂਰ ਤੋਂ ਹਊਆ ਦਿਖਦੀ ਹੈ, ਜਦ ਕੋਲ ਜਾਂਦੇ ਹਾਂ ਤਾਂ ਗੱਲ ਹੋਰ ਹੁੰਦੀ ਹੈ। ਮ੍ਰਿਗ ਤ੍ਰਿਸ਼ਨਾ ਦੀ ਤਰ੍ਹਾਂ ਹੈ, ਦੇਖਣ ਨੂੰ ਹੋਰ ਪ੍ਰਤੀਤ ਹੈ, ਜਦ ਕੋਲ ਜਾਂਦੇ ਹਾਂ ਤਾਂ ਗੱਲ ਹੋਰ। ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈ ਆ। ਇਹ ਕਿਹਨੇ ਬਣਾਈ ਹੈ ਮੋਹਣੀ ਮਾਇਆ? ਪਰਮਾਤਮਾ ਨੇ, ਜਿਹਨੇ ਠਗੌਰੀ ਬੂਟੀ ਜਗਤ ਨੂੰ ਸੰਘਾਈ ਹੋਈ ਹੈ। ਠਗੌਰੀ ਬੂਟੀ ਨਾਲ ਸੰਘਾ ਕੇ ਠੱਗ ਲੋਕਾਂ ਨੂੰ ਲੁੱਟ ਲਿਆ ਕਰਦੇ ਸੀ ਬੇਹੋਸ਼ ਕਰਕੇ। ਇਹ ਮਾਇਆ ਜਿਹੜੀ ਹੈ ਠਗੌਰੀ ਹੈ, ਠਗੌਲੀ ਕਹਿੰਦੇ, ਠਗੌਰੀ ਵੀ ਕਹਿੰਦੇ, ਦੋਨੋਂ ਤਰ੍ਹਾਂ ਆਉਂਦਾ ਗੁਰਬਾਣੀ 'ਚ। ਇਹ ਮਾਇਆ ਨੇ ਲੋਕਾਂ ਨੂੰ ਇਸ ਤਰ੍ਹਾਂ ਠੱਗਿਆ ਹੋਇਆ, ਬੇਹੋਸ਼ ਮਦਹੋਸ਼ ਕਰੇ ਪਏ ਹੈ, ਰੱਬ ਕੰਨੀ ਜਾਣੇ ਨਹੀਂ ਦਿੰਦੀ। ਐਂ ਪ੍ਰਤੀਤ ਹੋਈ ਜਾਂਦਾ ਵੀ ਇਹ ਅਸਲੀ ਹੈ, ਇਹ ਰਹਿਣ ਵਾਲੀ ਹੈ, ਅਸਲ 'ਚ ਇਹ ਹੈ ਨਹੀਂ ਰਹਿਣ ਵਾਲੀ। ਕੁਰਬਾਨ ਕੀਤਾ ਤਿਸੈ ਵਿੱਚੋਂ ਜਿਨ ਮੋਹ ਮਿੱਠਾ ਲਾਇਆ। ਉਸ ਤੋਂ ਸਦਾ ਹੀ ਕੁਰਬਾਨ ਜਾਈਏ ਜਿਹਨੇ ਇਹ ਮਿੱਠਾ ਮੋਹ ਲਾਇਆ ਸੰਸਾਰ ਨੂੰ, ਮਾਇਆ ਚਮੇੜੀ ਹੋਈ ਹੈ। ਕਹਿ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ। ਉਹ ਮੇਰਿਆ ਚੰਚਲ ਮਨਾ, ਪਾਤਸ਼ਾਹ ਫਰਮਾ ਰਹੇ ਹੈ ਵੀ ਚਤਰਾਈ ਨਾਲ ਨਹੀਂ ਉਹਨੂੰ ਕਿਸੇ ਨੇ ਵੀ ਪਾਇਆ ਅੱਜ ਤੱਕ। ਜਿੰਨੀਆਂ ਮਰਜ਼ੀ ਕਰੀ ਜਾਓ ਚਤਰਾਈਆਂ, ਨਹੀਂ ਉਹਨੇ ਮਿਲਣਾ ਹੈ। ਭੇਖਾਂ 'ਚ ਉਹਨੇ ਮਿਲਣਾ ਹੀ ਨਹੀਂ ਕਦੇ ਵੀ। ਉਹਨੇ ਸਾਦਗੀ ਵਿੱਚ, ਸਹਿਜ ਸੁਭਾਅ, ਸਰਲਤਾ ਵਿੱਚ ਆਉਣਾ ਹੈ। ਜਿੰਨੀ ਵੀ ਬੰਦਾ ਸਾਦਗੀ ਰੱਖੂਗਾ, ਸਿੰਪਲੀਸਿਟੀ ਰੱਖੂਗਾ, ਕੰਪਲੈਕਸਿਟੀ ਤੋਂ ਦੂਰ ਹੋਊਗਾ, ਉਨਾ ਰੱਬ ਦੇ ਨੇੜੇ ਹੋਊਗਾ। ਇਸੀ ਕਰਕੇ ਦਾਨੇ ਕਹਿੰਦੇ ਆ ਵੀ ਇੱਕ ਵਾਰੀ ਨਾਮ ਕਹੋ ਵਾਹਿਗੁਰੂ ਦਾ, ਉਹ ਚੰਗਾ ਹੈ ਬਜਾਏ 100 ਵਾਰੀ ਵਰਤ ਰੱਖਣ ਤੋਂ, 100 ਵਾਰੀ ਹਵਨ ਕਰਨ ਤੋਂ, 100 ਵਾਰੀ 100 ਕਾਲ ਪਾਠ ਕਰਨ ਤੋਂ। ਇੱਕ ਵਾਰੀ ਪਾਠ ਕਰਿਆ ਵਾ ਅੰਦਰ ਤੋਂ ਸੁਰਤੀ ਨਾਲ, ਇੱਕ ਵਾਰੀ ਰੱਬ ਦਾ ਨਾਮ ਲਿਆ ਹੋਇਆ, ਉਹ ਬਹੁਤ ਬਿਹਤਰ, ਕਿਉਂਕਿ ਉਹ ਸਰਲਤਾ ਵਿੱਚ ਆਉਂਦਾ। ਬੰਦੇ ਨੇ ਗੁਰਬਾਣੀ ਪੜ੍ਹ ਕੇ ਸੁਣ ਕੇ ਸਰਲ ਬਣਨਾ। ਕੰਪਲੈਕਸ ਉਹ ਹੁੰਦਾ ਜਿਹਨੇ ਆਪਣੇ ਚਿਹਰੇ ਦੇ ਉੱਤੇ ਕਈ ਚਿਹਰੇ ਲਾਏ ਹੋਏ ਹੁੰਦੇ, ਪਤਾ ਹੀ ਨਹੀਂ ਚੱਲਦਾ ਵੀ ਅਸਲ ਵਿੱਚ ਇਹ ਕਿਆ ਚੀਜ਼ ਹੈ। ਵੈਸੇ ਵੀ ਕਿਸੇ ਅਦੀਬ ਨੇ ਕਿਹਾ ਹੈ, ਇਹ ਮੈਨ ਇਜ਼ ਆਲਵੇਜ਼ 3। ਇੱਕ ਬੰਦਾ ਹਮੇਸ਼ਾ ਹੀ 3 ਰੂਪ ਹੁੰਦੇ ਉਹਦੇ। ਕਿਹੜੇ? ਇੱਕ ਤਾਂ ਉਹ ਹੁੰਦਾ ਜਿਹੜਾ ਬੰਦਾ ਆਪਣੇ ਆਪ ਨੂੰ ਸਮਝਦਾ ਵੀ ਮੈਂ ਆਹ ਕੁਛ ਹਾਂ। ਇੱਕ ਦੂਜਾ ਇਹ ਹੁੰਦਾ ਹੈ ਵੀ ਜਿਹੜਾ ਕੁਛ ਉਹਨੂੰ ਲੋਕ ਸਮਝਦੇ ਹੁੰਦੇ। ਜਿਹੜਾ ਅਸਲੀ ਆ ਉਹ ਤੀਜਾ ਰੂਪ ਹੈ। ਉਹ ਕਿਹੜਾ ਹੈ? ਉਹ ਇਹ ਹੁੰਦਾ ਹੈ ਵੀ ਜੋ ਅਸਲ 'ਚ ਉਹ ਹੈਗਾ। ਇਹਦਾ ਮਤਲਬ ਇਹ ਹੈ ਵੀ ਬੰਦਾ ਆਪਣੇ ਆਪ ਨੂੰ ਗਲਤਫਹਿਮੀ ਪਾਲਦਾ, ਚੰਗਾ ਬਣਦਾ, ਸਮਝਦਾ। ਲੋਕ ਜੋ ਉਹਦੇ ਬਾਰੇ ਸਮਝਦੇ ਆ ਉਹ ਵੀ ਅਕਸਰ ਗਲਤ ਹੁੰਦਾ। ਅਸਲ ਵਿੱਚ ਸੱਚ ਉਹੀ ਹੁੰਦਾ ਜਿਹੜਾ ਕੁਛ ਉਹ ਹੁੰਦਾ। ਹੋਣੇ ਵਾਲੀ ਚੀਜ਼ ਬਹੁਤ ਅਲੱਗ ਹੈ, ਲੋਕ ਸਮਝਣੇ ਵਾਲੀ ਜਾਂ ਆਪਣੇ ਆਪ ਨੂੰ ਸਮਝਣੇ ਵਾਲੀ ਉਹ ਬਿਲਕੁਲ ਅਲੱਗ ਗੱਲਾਂ ਹੁੰਦੀਆਂ। ਤੋ ਸਾਧ ਸੰਗਤ ਜੀਓ, ਇਹ ਵਿਚਾਰ ਆਪ ਜੀ ਦੇ ਚਰਨਾਂ 'ਚ ਤੁੱਛ ਬੁੱਧੀ ਅਨੁਸਾਰ ਕਰੀਏ, ਦੱਸ ਰਹੇ ਨੇ। ਕੱਲ੍ਹ ਸੰਤੋਖਣੇ ਦੀ ਔਰ ਤ੍ਰਿਪਤਣੇ ਦੀ ਥੋੜ੍ਹੀ ਜਿਹੀ ਵਿਚਾਰ ਕਰੀ ਸੀ, ਉਹਦੇ ਨਾਲ ਹੋਰ ਥੋੜ੍ਹਾ ਜਿਹਾ ਐਡ ਕਰੀਏ।
ਸੰਤੋਖਣਾ ਅੰਗਰੇਜ਼ੀ 'ਚ ਕੰਟੈਂਟਮੈਂਟ ਨੂੰ ਕਹਿੰਦੇ, ਸੰਤੋਖ ਹੋ ਜਾਣਾ, ਅਤੇ ਤ੍ਰਿਪਤੀ ਨੂੰ ਸੈਟਿਸਫੈਕਸ਼ਨ। ਇਹਨਾਂ ਸ਼ਬਦਾਂ ਤੋਂ ਸ਼ਾਇਦ ਕੋਈ ਸਮਝ ਆ ਜਾਵੇ ਵੀ ਦੋਹਾਂ ਦੇ ਵਿੱਚ ਕਿਆ ਭੇਦ ਹੈ। ਸੰਤੋਖ ਹੋ ਜਾਂਦਾ ਬੰਦਾ ਜਦੋਂ ਗੁਰੂ ਦਾ ਮਿਲਾਪ ਹੋ ਜਾਂਦਾ। ਤ੍ਰਿਪਤੀ ਹੁੰਦੀ ਹੈ ਜਦੋਂ ਪਰਮਾਤਮਾ ਦੇ ਦਰਸ਼ਨ ਹੋ ਕੇ ਉਹਦੇ ਵਿੱਚ ਲੀਨਤਾ ਹੁੰਦੀ ਹੈ। ਯਾਨੀ ਚੌਥੇ ਪਦ 'ਚ ਸੰਤੋਖਿਆ ਜਾਂਦਾ ਹੈ, ਪਰਮ ਪਦ ਦੇ ਵਿੱਚ ਤ੍ਰਿਪਤ ਹੋ ਜਾਂਦਾ। ਗੁਰਬਾਣੀ 'ਚ ਵੀ ਪਵਿੱਤਰ ਵਚਨ ਹੈ, ਮਨ ਸੰਤੋਖਿਆ ਦੂਜਾ ਭਉ ਗਵਾਏ। ਜਾਂ ਡੁਐਲਿਟੀ ਨਿਕਲ ਗਈ, ਮਨ ਸੰਤੋਖ ਵਿੱਚ ਆ ਜਾਂਦਾ। ਤ੍ਰਿਪਤ ਕਦੋਂ ਹੁੰਦਾ? ਮਨ ਤ੍ਰਿਪਤਿਆ ਹਰ ਨਾਮ ਤੇ ਆਏ। ਜਦੋਂ ਅੰਦਰ ਤੇ ਧਿਆਉਣ ਲੱਗ ਗਿਆ, ਉਹਨੂੰ ਪ੍ਰਾਪਤ ਕਰ ਗਿਆ ਨਾਮ ਨੂੰ, ਹਉਮੈ ਟੁੱਟ ਗਈ ਪੂਰੀ, ਫਿਰ ਮਨ ਤ੍ਰਿਪਤ ਹੋ ਜਾਂਦਾ। ਸੋ ਹਰ ਸ਼ਬਦ ਦੇ ਪਿੱਛੇ ਥੋੜ੍ਹੀ ਥੋੜ੍ਹੀ ਭਾਵਨਾ, ਜਿਵੇਂ ਮਨਸਾ ਔਰ ਆਸਾ ਹੈ। ਦੇਖਣ ਨੂੰ ਤਾਂ ਇੱਕ ਜਿਹੀ ਲੱਗਦੀਆਂ, ਅਰਥ ਵੀ ਆਪਾਂ ਇੱਕ ਜਿਹੇ ਕਰ ਲੈਂਦੇ ਹਾਂ। ਮਨਸਾ ਹੁੰਦੀ ਹੈ ਪ੍ਰੈਜੈਂਟ ਦੀ, ਥੋੜ੍ਹੀ ਜਿਹੀ ਆਸ਼ਾ ਹੁੰਦੀ ਅੰਦਰ ਪੈਦਾ, ਅਜੇ ਬਾਹਰ ਨਹੀਂ ਆਈ ਹੁੰਦੀ ਉਹ। ਆਸ਼ਾ ਹੁੰਦੀ ਹੈ ਫਿਊਚਰ ਦੀ। ਇਹਨਾਂ ਤੋਂ ਹੀ ਫਿਰ ਅੱਗੇ ਲਾਲਸਾ, ਤ੍ਰਿਸ਼ਨਾ ਇਹ ਬਣਦੀਆਂ। ਫਰਕ ਹੈ ਥੋੜ੍ਹਾ ਥੋੜ੍ਹਾ ਸਾਰੀਆਂ ਦੇ ਵਿੱਚ। ਜਿਵੇਂ ਸੁਰਤੀ ਔਰ ਬਿਰਤੀ ਵੀ ਦੇਖਣ ਨੂੰ ਇੱਕ ਜਿਹੀਆਂ ਲੱਗਦੀਆਂ। ਸੁਰਤੀ ਐਕਿਊਟਲੀ ਹੁੰਦੀ ਹੈ, ਯਾਨੀ ਪੂਰਾ ਧਿਆਨ ਲਾਉਣਾ ਕਿਸੇ ਚੀਜ਼ 'ਚ, ਉਹਨੂੰ ਸੁਰਤੀ ਕਹਿੰਦੇ। ਬਿਰਤੀ ਵਿੱਚ ਧਿਆਨ ਆਪਣੇ ਆਪ ਤੋਂ ਲੱਗਿਆ ਵਾ ਹੁੰਦਾ, ਡਿਫਿਊਜ਼ਡ ਹੋ ਕੇ। ਜਿਵੇਂ ਇੱਕ ਡਰਾਈਵਰ ਪਹਿਲਾਂ ਬਹੁਤ ਸੁਚੇਤ ਹੋ ਕੇ ਗੇਅਰ ਪਰ ਹੱਥ ਰੱਖਦਾ ਹੈ ਔਰ ਬ੍ਰੇਕਾਂ ਪਰ ਪੈਰ ਰੱਖਦਾ ਹੈ, ਹੌਲੀ ਹੌਲੀ ਫਿਰ ਉਹ ਨਾਲੇ ਗੱਲਾਂ ਵੀ ਕਰੀ ਜਾਂਦਾ, ਨਾਲੇ ਕੋਈ ਗੀਤ ਵਗੈਰਾ ਜਾਂ ਗੁਰਬਾਣੀ ਵੀ ਸੁਣੀ ਜਾਂਦਾ, ਨਾਲੇ ਆਪਣੇ ਆਪ ਗੱਡੀ ਚਲਾਈ ਜਾਂਦਾ। ਉਹ ਬਿਰਤੀ 'ਚ ਆ ਜਾਂਦਾ, ਸੁਭਾਅ ਬਣ ਜਾਂਦਾ ਉਹਦਾ, ਪੱਕ ਜਾਂਦਾ। ਉਹਨੂੰ ਡਿਫਿਊਜ਼ਡ ਕਹਿੰਦੇ ਆ, ਬਿਰਤੀ ਡਿਫਿਊਜ਼ ਹੋ ਜਾਂਦੀ ਹੈ। ਯਾਨੀ ਗੁਰਬਾਣੀ ਦੋਹਾਂ ਚੀਜ਼ਾਂ ਨੂੰ ਲੋੜਦੀ ਹੈ। ਪਹਿਲਾਂ ਸੁਰਤੀ ਦੇ ਨਾਲ ਨਾਮ ਪੈਦਾ ਕਰਨਾ ਗੁਰੂ ਦਾ, ਪਰਮਾਤਮਾ ਦਾ, ਫਿਰ ਉਹ ਜਦ ਬਿਰਤੀ 'ਚ ਆ ਜਾਂਦਾ ਤਾਂ ਫਿਰ ਆਪਣੇ ਆਪ ਉਹ ਚੱਲਦਾ, ਜਿਹਨੂੰ ਆਪਾਂ ਫਿਰ ਸਿਮਰਨ ਕਹਿ ਦਿੰਦੇ, ਉਹ ਬਿਰਤੀ ਵਿੱਚ ਚੱਲਦਾ। ਉੱਥੇ ਅੱਖਰਾਂ ਦੀ ਲੋੜ ਵੀ ਨਹੀਂ ਪੈਂਦੀ। ਫਿਰ ਜਿਹੜਾ ਸਿਮਰਨ ਹੈ ਉਹ ਅੱਖਰ ਅਤੀਤ ਵੀ ਹੋ ਜਾਂਦਾ, ਅੱਖਰਾਂ ਨਾਲ ਵੀ ਹੁੰਦਾ ਸਿਮਰਨ, ਅੱਖਰਾਂ ਤੋਂ ਅਤੀਤ ਵੀ ਹੁੰਦਾ। ਜਾਂ ਸੁਤਾ ਉੱਧਰ ਹੋ ਗਈ ਸਾਰਾ ਦਿਨ, ਬਿਰਤੀ ਉੱਧਰ ਬਣ ਗਈ, ਉਹ ਫਿਰ ਸਿਮਰਨ ਦੀ ਤਰ੍ਹਾਂ ਹਰ ਵਕਤ ਅੰਦਰ ਚੱਲਦਾ ਰਹਿੰਦਾ, ਉਹ ਬਿਰਤੀ ਬਣ ਜਾਂਦੀ। ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ, ਇੱਕ ਵਾਰੀ ਉਹਨਾਂ ਨੇ ਬਚਨ ਕਰਿਆ ਸੰਗਤ ਵਿੱਚ, ਸਤਿਗੁਰ ਕਾ ਅੰਗ ਸਾਧ ਕਾ ਸੰਗ, ਨਾਮ ਦਾ ਰੰਗ ਨਿਸ਼ਚਾ ਅਭੰਗ। ਇਹ ਚਾਰ ਚੀਜ਼ਾਂ ਸਿੱਖ ਵਿੱਚ ਹੋਣੀਆਂ ਚਾਹੀਦੀਆਂ। ਸਤਿਗੁਰੂ ਨੂੰ ਅੰਗ ਸੰਗ ਸਮਝੇ ਵੀ ਮੇਰੇ ਨਾਲ ਹੈ ਤੂੰ ਹਰ ਵਕਤ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਸਾਧ ਕਾ ਸੰਗ, ਜਿਹੜੇ ਸਾਧੂ ਹੁੰਦੇ ਆ ਉਹਨਾਂ ਦੀ ਸੰਗਤ। ਹੁਣ ਸਾਧ ਸੰਗਤ ਜੀ ਉਹਦੇ 'ਚ ਥੋੜ੍ਹਾ ਜਿਹਾ ਅੰਤਰ ਹੈ, ਸਮਝੀਏ ਆਪਾਂ ਇਹਨਾਂ ਚੀਜ਼ਾਂ ਨੂੰ, ਸਾਧ ਨੂੰ ਔਰ ਸੰਗਤ ਨੂੰ ਔਰ ਸੰਤ ਨੂੰ। ਜਿਹੜੇ ਅਸੀਂ ਸੰਸਾਰੀ ਲੋਕ ਹਾਂ, ਅਸੀਂ ਸੁੱਤੇ ਪਏ ਹਾਂ ਆਤਮਿਕ ਤੌਰ 'ਤੇ। ਜਿਹੜੇ ਜਾਗ ਪਏ ਉਹਨਾਂ ਨੂੰ ਜਗਿਆਸੂ ਕਹਿ ਦਿੰਦੇ, ਜਿਹੜਿਆਂ ਨੂੰ ਖਿਆਲ ਪੈਦਾ ਹੋ ਜਾਂਦਾ ਵੀ ਯਾਰ ਇਹ ਵੀ ਕਰਨੇ ਵਾਲੀ ਗੱਲ ਹੈ ਨਾਮ ਵਾਲੀ, ਪਰਮਾਤਮਾ ਵਾਲੀ, ਉਹ ਜਗਿਆਸੂ। ਜਿਹੜੇ ਚੱਲ ਪਏ, ਤੁਰ ਪਏ ਇਸ ਰਸਤੇ 'ਤੇ, ਉਹ ਸਾਧੂ ਬਣ ਜਾਂਦੇ। ਜਿਹੜੇ ਪਹੁੰਚ ਗਏ ਉਹ ਸੰਤ ਬਣ ਜਾਂਦੇ। ਇਹ ਥੋੜ੍ਹਾ ਥੋੜ੍ਹਾ ਵਖਰੇਵਾਂ ਇਹਨਾਂ 'ਚ ਵੀ ਭੇਦ ਵੀ ਹੈ। ਵੈਸੇ ਸਾਧੂ ਔਰ ਸੰਤ ਸ਼ਬਦ ਪਰਾਇਵਾਚੀ ਹੈ, ਇੱਕ ਦੂਜੇ ਖਾਤਰ ਗੁਰਬਾਣੀ 'ਚ ਵੀ ਆਏ ਹੋਏ ਨੇ, ਇਹਨਾਂ 'ਚ ਕੋਈ ਭੇਦ ਵੀ ਹੈ ਨਹੀਂ। ਲੇਕਿਨ ਇਸ ਤਰ੍ਹਾਂ ਦਾ ਭੇਦ ਹੈ ਵੀ ਸਹੀ। ਸੰਤ ਦੀ ਅਵਸਥਾ ਸਾਧੂ ਨਾਲੋਂ ਉੱਚੀ ਹੁੰਦੀ ਹੈ, ਭਾਵੇਂ ਕਿ ਭੇਦਾ ਭੇਦ। ਤੋ ਸਾਧ ਸੰਗਤ ਜੀਓ, ਇਹ ਵਿਚਾਰਾਂ ਕਰਦਿਆਂ ਗੁਰਬਾਣੀ ਦੀਆਂ ਵਿੱਚੋਂ ਹੀ ਹੈ, ਕੋਈ ਬਾਹਰੋਂ ਨਹੀਂ ਆਈਆਂ ਹੋਈਆਂ, ਦਾਨਿਆਂ ਨੇ ਵਿੱਚੋਂ ਹੀ ਟੋਲੀਆਂ ਹੋਈਆਂ। ਜਦ ਬਾਣੀ 'ਚ ਬੰਦਾ ਖੁੱਭ ਜਾਂਦਾ, ਸ਼ਬਦ ਦੇ ਨਾਲ ਜੁੜ ਜਾਂਦਾ, ਕੁਛ ਨਾ ਕੁਛ ਤਾਂ ਪ੍ਰਾਪਤੀ ਵਿੱਚੋਂ ਫਿਰ ਹੀਰੇ ਮੋਤੀ ਨਿਕਲ ਹੀ ਜਾਂਦੇ। ਲੁਕਮਾਨ ਇੱਕ ਯੂਨਾਨੀ ਫਿਲਾਸਫਰ ਹੋਇਆ, ਉਹਨੂੰ ਕਿਸੇ ਨੇ ਪੁੱਛ ਲਿਆ ਵੀ ਲੁਕਮਾਨ ਜੀ ਤੁਸੀਂ ਗਿਆਨ ਕਿੱਥੋਂ ਪ੍ਰਾਪਤ ਕਰਿਆ? ਲੁਕਮਾਨ ਕਹਿੰਦਾ ਜੀ ਗਿਆਨ ਅੰਨ੍ਹਿਆਂ ਤੋਂ ਪ੍ਰਾਪਤ ਕਰਿਆ। ਕਹਿੰਦੇ ਹੈ, ਅੰਨ੍ਹਿਆਂ ਤੋਂ ਕਿਵੇਂ ਗਿਆਨ ਮਿਲ ਗਿਆ? ਕਹਿੰਦਾ ਜੀ ਅੰਨੇ ਪੈਰ ਬਹੁਤ ਜਾਂਚ ਕੇ, ਹੌਲੀ ਹੌਲੀ ਸੋਚ ਕੇ ਧਰਦੇ ਆ। ਤੋ ਗਿਆਨ ਵੀ ਇਹੀ ਚੀਜ਼ ਹੈ, ਹੌਲੀ ਹੌਲੀ ਸੋਚ ਕੇ ਪ੍ਰਾਪਤ ਹੁੰਦਾ ਹੈ।
ਫਿਰ ਦੂਜਾ ਸਵਾਲ ਕਿਸੇ ਨੇ ਕਰਿਆ ਵੀ ਚੱਜ ਅਚਾਰ ਕਿੱਥੋਂ ਸਿੱਖਿਆ? ਲੁਕਮਾਨ ਕਹਿੰਦਾ ਵੀ ਮੈਂ ਚੱਜ ਅਚਾਰ ਬੇਚੱਜਿਆਂ ਤੋਂ ਸਿੱਖਿਆ। ਉੱਥੋਂ ਮੈਨੂੰ ਸਮਝ ਪਈ ਹੈ ਵੀ ਚੱਜ ਕਿਆ ਹੁੰਦਾ, ਅਚਾਰ ਕਿਆ ਹੁੰਦਾ। ਵੈਸੇ ਵੀ ਜਿਹੜਾ ਸੰਸਾਰ ਸ਼ਬਦ ਹੈ, ਪਹਿਲੇ 2 ਅੱਖਰ ਹੈ ਜਿਹੜੇ, ਉਹਨਾਂ 'ਚ ਸਾਰਾ ਹੀ ਸੰਸਾਰ ਹੈ। ਸੰਸੇ ਵਿੱਚ ਸੰਸਾਰ, ਸੰਸਾ ਲੋਕਾਂ ਵਿੱਚ, ਸਾਰ ਪਿਛਲੇ 2 ਅੱਖਰ ਸੰਸਾਰ। ਜਿਹੜਾ ਸਾਰ ਦਾ ਮਤਲਬ ਹੁੰਦਾ ਤੱਤ, ਤੱਤ ਵਿੱਚ ਸੰਤ ਲੋਕ ਹੁੰਦੇ, ਯਾਨੀ ਨਿਚੋੜ ਕੱਢਦੇ ਆ ਜਿਹੜਾ ਗੁਰਬਾਣੀ ਦਾ ਜਾਂ ਪਰਮਾਤਮਾ ਦੇ ਵਿੱਚ ਲੀਨਤਾ, ਸਾਰੇ ਉਹਨਾਂ ਨੂੰ ਗਿਆਨ ਹੋ ਜਾਂਦਾ ਤੱਤ ਦਾ, ਉਹ ਫਿਰ ਸਾਰ ਹੋ ਜਾਂਦਾ ਹੈ। ਟੋਟਲ ਇਹ ਸੰਸਾਰ ਵੀ ਜਿਹਦੇ ਵਿੱਚ ਖਲਕਤ ਵੀ ਆਉਂਦੀ ਹੈ, ਸੰਤ ਵੀ ਆਉਂਦੇ। ਵੈਸੇ ਵੀ ਸਾਧ ਸੰਗਤ ਜੀ, ਸੰਸਾਰ ਦਾ ਔਰ ਜਗਤ ਦਾ ਵੀ ਭੇਦ ਹੈ। ਬੇਸ਼ੱਕ ਆਪਾਂ ਇੱਕੋ ਚੀਜ਼ ਇੱਕੋ ਤਰ੍ਹਾਂ ਵਰਤ ਲੈਂਦੇ ਇਹਨਾਂ ਨੂੰ। ਸੰਸਾਰ ਆ ਮਾਤ ਲੋਕ ਹੈ ਜਿੱਥੇ ਆਪਾਂ ਰਹਿੰਦੇ ਹਾਂ। ਜਗਤ ਜਿਹਾ ਜਹਾਨ, ਉਹਦੇ ਵਿੱਚ 3 ਲੋਕ ਆ ਜਾਂਦੇ, ਪਤਾਲ ਲੋਕ ਵੀ, ਮਾਤ ਲੋਕ ਵੀ, ਉੱਪਰਲਾ ਲੋਕ ਵੀ, ਜਿਹਨੂੰ ਸਵਰਗ ਲੋਕ ਕਹਿ ਦਿੰਦੇ। ਤੋ ਜਹਾਨ ਜਗਤ ਇਹਦੇ ਵਿੱਚ 3 ਸ਼ਾਮਿਲ ਹੈ, ਸੰਸਾਰ ਦੇ ਵਿੱਚ ਕੇਵਲ ਆਪਣਾ ਮਾਤ ਲੋਕ ਸ਼ਾਮਿਲ ਹੈ। ਔਰ ਦਾਨਿਆਂ ਨੇ ਇਸ ਤੋਂ ਅੱਗੇ ਵੀ ਇਹਦੀ ਖੋਜ ਕਰੀ ਹੋਈ ਹੈ। ਉਹ ਕਹਿੰਦੇ ਆ ਵੀ ਸੁਰਗ ਨਰਕ ਦੇ ਵਿਚਾਲੇ ਇੱਕ ਜਗ੍ਹਾ ਹੈ, ਜਿਹਨੂੰ ਉਹ ਐਰਾਫ ਕਹਿੰਦੇ। ਐਰਾਫ, ਆੜੇ ਨੂੰ ਦਲਾਈਆਂ, ਰਾਰੇ ਨੂੰ ਕੰਨਾ ਫੱਫਾ। ਉਹ ਐਰਾਫ ਨਰਕ ਔਰ ਸੁਰਗ ਦੇ ਵਿਚਾਲੇ ਦੀ ਜਗ੍ਹਾ ਹੈ। ਉਹਨਾਂ ਦਾ ਇਹ ਖਿਆਲ ਹੈ, ਭਾਵੇਂ ਇਹ ਗੁਰਮਤਿ ਨਾਲ ਨਹੀਂ ਮੇਲ ਖਾਂਦੀਆਂ ਗੱਲਾਂ, ਪਰ ਕਿਉਂਕਿ ਆਉਂਦੀਆਂ ਇਤਿਹਾਸ ਮਿਥਿਹਾਸ 'ਚ ਤਾਂ ਉਹਨਾਂ ਦੀ ਜਾਣਕਾਰੀ ਬਣਦੀ ਹੈ ਲੈਣੀ। ਉਹ ਜਿਹੜੀ ਜਗ੍ਹਾ ਹੈ, ਉੱਥੇ ਘੱਟ ਪਾਪੀ ਜਿਹੜੇ ਹੁੰਦੇ ਉਹਨਾਂ ਨੂੰ ਸਿੱਟਿਆ ਜਾਂਦਾ, ਜ਼ਿਆਦਾ ਪਾਪੀਆਂ ਨੂੰ ਨਰਕ ਵਿੱਚ, ਐਰਾਫ ਦੇ ਵਿੱਚ ਜਿਹੜੇ ਘੱਟ ਪਾਪ ਵਾਲੇ ਹੁੰਦੇ, ਥੋੜ੍ਹੇ ਬਹੁਤੀਆਂ ਗਲਤੀਆਂ ਕਰ ਲਈਆਂ ਕਿਸੇ ਨੇ, ਉਸ ਤਰ੍ਹਾਂ ਦੇ। ਚਲੋ ਇਹ ਫਲਸਫੇ ਦੀਆਂ ਗੱਲਾਂ, ਪਰ ਜੇ ਆਪਾਂ ਨੂੰ ਪਤਾ ਹੋਊਗਾ ਤਾਂ ਕਿਤੇ ਨਾ ਕਿਤੇ ਆ ਜਾਂਦੀਆਂ, ਵਿਚਾਰ ਵਿੱਚ ਸਾਂਝੀਆਂ ਹੋ ਜਾਂਦੀਆਂ। ਕੋਈ ਬੋਲ ਵੀ ਦਿੰਦਾ ਕਦੇ ਕਦੇ, ਫਿਰ ਇਹਨਾਂ ਦੀ ਸਮਝ ਆ ਜਾਂਦੀ ਹੈ ਵੀ ਅਸਲ 'ਚ ਇਹਨਾਂ ਦਾ ਮਤਲਬ ਕਿਆ ਹੈ। ਤੋ ਸਾਧ ਸੰਗਤ ਜੀਓ, ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰੀ ਜਾਂਦੀ ਹੈ। ਕੋਈ ਵੀ ਅਪਸ਼ਬਦ ਦੀ ਖਿਮਾ ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।